हाँ जी बेटा जी, अज असी अपना लैसन नंबर 12 का क्वेश्चन नंबर 9 रिवाइज करांगे। ठीक है। 9th क्वेश्चन इज़ राइट अ शॉर्ट नोट ऑन कमर्शलाइजेशन ऑफ एग्रीकल्चर कि खेतीबाड़ी दे वपारीकरण दे बारे नोट लिखो। आंसर इज़ विलेज बिफोर द ब्रिटिश एम्पायर इन इंडिया वर सैल्फ डिपेंडेंट। ठीक है कि जो पिंड ਸੀਗੇ ਉਹ ਜਦੋਂ ਬ੍ਰਿਟਿਸ਼ ਐम्पायर ਇੰਡੀਆ ਦੇ ਵਿੱਚ ਨਹੀਂ ਆਇਆ ਸੀ ਉਸ ਤੋਂ ਪਹਿਲਾਂ ਜੋ ਸੀ ਸੈਲਫ ਡਿਪੈਂਡੈਂਟ ਸੀ। ਭਾਵ ਕਿ ਜੋ ਵੀ ਉਹ ਖੇਤੀ ਦਾ ਕੰਮ ਕਰਦੇ ਸੀ ਜਾਂ ਜੋ ਵੀ ਉਹ ਵਸਤੂਆਂ ਬਣਾਉਂਦੇ ਸੀ ਉਹ ਆਪਸ ਦੇ ਵਿੱਚ ਹੀ ਵਰਤ ਲੈਂਦੇ ਸੀ ਅਤੇ ਇੱਕ ਦੂਜੇ ਦੀ ਹੈਲਪ ਕਰਦੇ ਸੀ ਅਤੇ ਆਪਣੀਆਂ ਚੀਜ਼ਾਂ ਖੁਦ ਦੇ ਲਈ ਹੀ ਉਗਾਉਂਦੇ ਸੀ। ਜਿਵੇਂ ਫਸਲਾਂ ਉਗਾਈਆਂ ਤਾਂ ਆਪਣੇ ਘਰ ਦੇ ਵਿੱਚ ਹੀ ਉਹ ਯੂਜ਼ ਕਰਦੇ ਸੀ। ਠੀਕ ਹੈ। ਉਹਨਾਂ ਦਾ ਵਪਾਰ ਨਹੀਂ ਕਰਦੇ ਸੀ। ਪੀਪਲ ਯੂਜ਼ ਟੂ ਡੂ ਐਗਰੀਕਲਚਰ whose main aim was to fulfill the needs of the village। ठीक है कि लोग जो ਖੇਤੀਬਾੜੀ ਦਾ ਕੰਮ ਕਰਦੇ ਸੀ ਉਹਨਾਂ ਦਾ ਮੁੱਖ ਉਦੇਸ਼ ਕੀ ਹੁੰਦਾ ਸੀ ਕਿ ਆਪਣੇ ਪਿੰਡ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ। crops were not sold other workers of village like blacksmith, carpenter, barber etc collectively used to fulfill the needs of the village। ठीक है कि ਫਸਲਾਂ ਨੂੰ ਵੇਚਿਆ ਨਹੀਂ ਜਾਂਦਾ ਸੀ। ਠੀਕ ਹੈ। ਸਿਰਫ ਕੀ ਕਰਦੇ ਸੀ ਕਿ ਇਸ ਦੇ ਬਦਲੇ ਜਿਵੇਂ ਜੋ ਚਮੜੇ ਦਾ ਕੰਮ ਕਰਦੇ ਸੀ, ਲੱਕੜੀ ਦਾ ਕੰਮ ਕਰਦੇ ਸੀ, ਠੀਕ ਹੈ, ਨਾਈ ਸੀ ਜੋ ਵਾਲ ਕੱਟਦੇ ਆ, ਠੀਕ ਹੈ, ਉਹਨਾਂ ਨੂੰ ਉਸ ਦੇ ਕੰਮ ਦੇ ਬਦਲੇ ਵਿੱਚ ਉਹ ਅਨਾਜ ਦੇ ਕੇ ਆਪਣਾ ਕੰਮ ਕਰਵਾ ਲੈਂਦੇ ਸੀ। ਬਟ ਦਾ ਸੈਲਫ ਡਿਪੈਂਡੈਂਸੀ ਆਫ ਦਾ ਵਿਲੇਜ ਕਮ ਟੂ ਐਨ ਐਂਡ ਆਫਟਰ ਦਾ एस्टैबलिशमेंट ऑफ द ब्रिटिश एम्पायर इन इंडिया कि इस तरह वो एक दूजे के उत्ते निर्भर सी। पर जदों इंडिया दे विच जो ब्रिटिश जो सरकार सी वो आई तो इस तरह आपसी निर्भरता जो है वो ख़त्म हो गई। अकॉर्डिंग टू न्यू लैंड रेवेन्यू सिस्टम फार्मर्स हैड टू पे द फिक्स अमाउंट टू गवर्नमेंट एज लैंड रेवेन्यू एंड एट अ पर्टिकुलर टाइम एज वैल। ठीक है कि उन्होंने नवे जो है टैक्स लगा दिते ਜ਼ਮੀਨ ਦੇ ਉੱਤੇ ਉਸਦੇ ਉਹਨਾਂ ਨੂੰ ਟੈਕਸ ਦੇਣਾ ਫਿਕਸ ਕਰ ਦਿੱਤਾ ਕਿ ਕਿੰਨਾ ਟੈਕਸ ਉਹਨਾਂ ਨੇ ਸਰਕਾਰ ਨੂੰ ਦੇਣਾ ਹੈ। ਠੀਕ ਹੈ ਅਤੇ ਉਸਦੇ ਲਈ ਟਾਈਮ ਵੀ ਦੇ ਦਿੱਤਾ ਕਿ ਇੰਨੇ ਸਮੇਂ ਦੇ ਵਿੱਚ ਤੁਸੀਂ ਟੈਕਸ ਦੇਣਾ ਹੈ। ਨਾਓ ਦਾ ਮੇਨ ਏਮ ਆਫ ਐਗਰੀਕਲਚਰ ਵਾਜ ਜਸਟ ਟੂ ਅਰਨ ਮਨੀ। ਹੁਣ ਜੋ ਖੇਤੀ ਦਾ ਜੋ ਮੁੱਖ ਉਦੇਸ਼ ਬਣ ਗਿਆ ਸੀ ਉਹ ਸੀ ਸਿਰਫ ਪੈਸਾ ਕਮਾਉਣਾ। ਇਟ ਵਾਜ਼ ਨੋਨ ਐਜ਼ ਕਮਰਸ਼ਲਾਈਜੇਸ਼ਨ ਆਫ ਐਗਰੀਕਲਚਰ। ਇਸ ਨੂੰ ਖੇਤੀਬਾੜੀ ਦਾ ਵਪਾਰੀਕਰਨ ਕਿਹਾ ਗਿਆ। ਦਿਸ ਪ੍ਰੋਸੈਸ ਆਫ ਕਮਰਸ਼ਲਾਈਜੇਸ਼ਨ ਆਫ ਐਗਰੀਕਲਚਰ ਬਿਕੇਮ more complex with the advent of industrial revolution in England। ਤੇ ਇਹ ਹੋਰ ਵੀ ਜ਼ਿਆਦਾ ਪ੍ਰੋਸੈਸ ਜੋ ਸੀ ਵਪਾਰੀਕਰਨ ਦਾ ਹੋਰ ਵੀ ਕੰਪਲੈਕਸ ਹੋ ਗਿਆ, ਬਹੁਤ ਮੁਸ਼ਕਿਲ ਹੋ ਗਿਆ ਜਦੋਂ ਇੰਗਲੈਂਡ ਦੇ ਵਿੱਚ ਜੋ ਇੰਡਸਟਰੀਅਲ ਵਿਦਰੋਹ ਸ਼ੁਰੂ ਹੋਏ। The farmers were forced to produce those crops which could be used as the raw material in factories of England। ਕਿ ਕਿਸਾਨਾਂ ਨੂੰ ਸਰਕਾਰ ਦੁਆਰਾ ਫੋਰਸ ਕੀਤਾ ਜਾਂਦਾ ਸੀ ਕਿ ਉਹ ਉਹੀ ਫਸਲ ਉਗਾਉਣ ਜਿਹੜੀ ਜੋ ਇੰਗਲੈਂਡ ਦੀਆਂ ਫੈਕਟਰੀਜ਼ ਦੇ ਵਿੱਚ ਕੱਚੇ ਮਾਲ ਦੇ ਰੂਪ ਵਿੱਚ ਵਰਤੀਆਂ ਜਾਣ। ਠੀਕ ਹੈ ਕਿ ਕਿਸਾਨ ਕੀ ਸੀ ਆਤਮ ਨਿਰਭਰਤਾ ਤੋਂ ਉਹਨਾਂ ਦੇ ਅੰਡਰ ਆ ਗਏ ਸੀ ਕਿਉਂਕਿ ਉਹਨਾਂ ਨੂੰ ਟੈਕਸ ਦੇਣਾ ਪੈਂਦਾ ਸੀ ਅਤੇ ਟੈਕਸ ਪੂਰਾ ਕਰਨ ਲਈ ਉਹਨਾਂ ਨੂੰ ਫਸਲਾਂ ਨੂੰ ਵੇਚਣਾ ਪੈਂਦਾ ਸੀ ਅਤੇ ਬ੍ਰਿਟਿਸ਼ਰਸ ਦੇ ਦੁਆਰਾ ਉਹਨਾਂ ਨੂੰ ਫੋਰਸ ਕੀਤਾ ਜਾਂਦਾ ਸੀ ਕਿ ਉਹੀ ਫਸਲਾਂ ਉਗਾਉਣ ਜਿਹੜੀਆਂ ਉਹਨਾਂ ਦੀ ਫੈਕਟਰੀਜ਼ ਦੇ ਵਿੱਚ ਯੂਜ਼ ਕੀਤੀਆਂ ਜਾ ਸਕਣ ਕੱਚੇ ਮਾਲ ਦੇ ਰੂਪ ਵਿੱਚ। ਹਾਂਜੀ ਬੇਟਾ 10th ਕੁਐਸਚਨ ਇਜ਼ ਰਾਈਟ ਅ ਨੋਟ ਔਨ ਇੰਡੀਗੋ ਰਿਵੋਲਟ ਕਿ ਇੰਡੀਗੋ ਵਿਦਰੋਹ ਕੀ ਸੀ। ਇੰਡੀਗੋ ਰਿਵੋਲਟ ਵਾਜ਼ ਸਟਾਰਟਡ ਬਾਏ ਦ ਇੰਡੀਗੋ ਪ੍ਰੋਡਿਊਸਿੰਗ ਫਾਰਮਰਸ ਅਗੇਂਸਟ ਇੰਪੋਜ਼ਿੰਗ ਮੋਰ ਟੈਕਸ ਔਨ ਦ ਪ੍ਰੋਡਕਸ਼ਨ ਆਫ ਇੰਡੀਗੋ। ਠੀਕ ਹੈ ਕਿ ਉਹਨਾਂ ਦੇ ਉੱਪਰ ਜਦੋਂ ਸਰਕਾਰ ਦੇ ਦੁਆਰਾ ਜ਼ਿਆਦਾ ਟੈਕਸ ਕਿਸਾਨਾਂ ਨੂੰ ਦੇਣ ਲਈ ਮਜਬੂਰ ਕੀਤਾ ਜਾਣ ਲੱਗਿਆ ਤਾਂ ਕਿਸਾਨਾਂ ਨੇ ਉਸਦੇ ਉਸ ਦੇ ਵਿਰੁੱਧ ਵਿਦਰੋਹ ਕੀਤਾ। ਇੰਡੀਗੋ ਰਿਵੋਲਟ ਟੁੱਕ ਪਲੇਸ ਬਿਟਵੀਨ 1858 ਟੂ 1860। 1858 ਤੋਂ ਲੈ ਕੇ 1860 ਈਸਵੀ ਤੱਕ ਇਹ ਚੱਲਿਆ ਬੰਗਾਲ ਐਂਡ ਬਿਹਾਰ ਦੇ ਵਿੱਚ। ਫਾਰਮਰਸ ਆਫ ਦਿਸ ਏਰੀਆ ਰਿਫਿਊਜ਼ ਟੂ ਪ੍ਰੋਡਿਊਸ ਇੰਡੀਗੋ। Government threatened them but they remained stick to their demands. When government took some hard steps then they attacked the factories
of the British, all the efforts to stop them gone in vain। ਠੀਕ ਹੈ ਕਿ ਜਦੋਂ ਬ੍ਰਿਟਿਸ਼ਰਸ ਨੇ ਉਹਨਾਂ ਨੂੰ ਮਤਲਬ ਆਪਣਾ ਟੈਕਸ ਜੋ ਹੈ ਇੰਡੀਗੋ ਫਸਲਾਂ 'ਚੋਂ ਉਗਾਉਣ ਲਈ ਮਜਬੂਰ ਕੀਤਾ ਤਾਂ ਉਹਨਾਂ ਨੇ ਵਿਦਰੋਹ ਕਰ ਦਿੱਤਾ ਕਿਸਾਨਾਂ ਨੇ। ਠੀਕ ਹੈ, ਇਸ ਤਰ੍ਹਾਂ ਜਦੋਂ ਉਹਨਾਂ ਨੇ ਸਰਕਾਰ ਨੇ ਫੋਰਸਫੁਲੀ ਉਹਨਾਂ ਤੋਂ ਕੰਮ 'ਚ ਕਰਵਾਉਣਾ ਚਾਹਿਆ ਤਾਂ ਜੋ ਫਾਰਮਰ ਸੀ ਉਹਨਾਂ ਨੇ ਬ੍ਰਿਟਿਸ਼ਰਸ ਦੀ ਫੈਕਟਰੀਜ਼ ਦੇ ਉੱਪਰ ਅਟੈਕ ਕੀਤੇ। ਇਸ ਨਾਲ ਕੀ ਹੈ ਕਿ ਆਲ ਦਾ ਐਫਰਟਸ ਟੂ ਸਟੋਪ ਦੈਮ ਗੋਨ ਇਨ ਵੇਨ, ਕਿ ਸਾਰੇ ਜੋ ਬ੍ਰਿਟਿਸ਼ਰਸ ਦੇ ਦੁਆਰਾ ਸਟੈਪ ਚੁੱਕੇ ਗਏ ਸੀ ਕਿ ਇਸ ਵਿਦਰੋਹ ਨੂੰ ਖਤਮ ਕੀਤਾ ਜਾ ਸਕੇ ਉਹ ਖਤਮ ਹੋ ਗਏ। ਔਨ ਰਿਵੋਲਟ ਆਲਸੋ ਟੁੱਕ ਪਲੇਸ ਇਨ Champaran district in 1866-68 AD against the cultivation of indigo। This revolt remained continued till the beginning of 20th century, कि 20वीं सदी तक ये चलता रहा। Then Gandhi ji came in their favor and then their problem was solved। फिर गांधी जी ने इस प्रॉब्लम ਨੂੰ सॉल्व ਕਰਨ ਲਈ ਆਪਣਾ ਹਿੱਸਾ ਪਾਇਆ ਤੇ ਇਸ ਤਰ੍ਹਾਂ ਉਹਨਾਂ ਦੀ ਮਦਦ ਕੀਤੀ। ਓਕੇ ਬੇਟਾ, ਤੁਸੀਂ ਇਹ 2 ਕੁਐਸਚਨ ਰਿਵਾਈਜ਼ ਕਰਨੇ ਹਨ। ਓਕੇ।